बहुत ही प्यारे बच्चों नमस्कार। ਜਿਵੇਂ ਤੁਸੀਂ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਕੀ ਦਿਖਾਇਆ ਗਿਆ ਗਾ, ਮੁਗਲ ਰਾਜਿਆਂ ਬਾਰੇ ਦਿਖਾਇਆ ਗਿਆ। ਤਾਂ ਇਹ ਤਸਵੀਰ ਇਹ ਸਿੱਧ ਕਰਦੀ ਹੈ ਕਿ ਰਾਜਾ ਮਹਾਰਾਜਾ ਮੁਗਲਾਂ ਦੀ ਮਹਿਲ ਕਿਸ ਤਰ੍ਹਾਂ ਦੇ ਹੁੰਦੇ ਸਨ, ਉਹਨਾਂ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੁੰਦਾ ਸੀ, ਤਾਂ ਉਹ ਉੱਥੇ ਕਿਵੇਂ ਆਪਣੇ ਆਪ ਨੂੰ ਕੀ ਕਰਦੇ ਸੀਗੇ, ਸੁਰੱਖਿਅਤ ਰੱਖਦੇ ਸੀ। ਪਿਆਰੇ ਬੱਚਿਓ, ਤਾਜ ਮਹਿਲ ਕਿਸ ਕਿਸ ਨੇ ਵੇਖਿਆ ਹੈ? ਇਹ ਕਿਸ ਰਾਜੇ ਨੇ ਬਣਾਇਆ ਹੈ? ਕੀ ਉਹ ਰਾਜਾ ਭਾਰਤੀ ਸੀ? ਭਾਰਤ ਵਿੱਚ ਸਭ ਤੋਂ ਪਹਿਲਾਂ ਮੁਗਲ ਰਾਜ ਕਿਸ ਦਾ ਸੀ? ਆਓ ਬੱਚਿਓ, ਅਸੀਂ ਅੱਜ ਮੁਗਲ ਸਾਮਰਾਜ ਬਾਰੇ ਪੜ੍ਹਾਂਗੇ। ਜਮਾਤ 7ਵੀਂ ਸਮਾਜਿਕ ਸਿੱਖਿਆ ਪਾਠ 14। ਪਿਆਰੇ ਬੱਚਿਓ, ਅੱਜ ਅਸੀਂ ਜਿਹੜੇ ਵੀ ਆਪਾਂ ਕੁਐਸਚਨ ਪੁੱਛਿਆ ਮੁਗਲ ਸਾਮਰਾਜ ਬਾਰੇ, ਤਾਂ ਉਹਦਾ ਤੁਹਾਨੂੰ ਕੀ ਮਿਲੂਗਾ? ਸਾਰਿਆਂ ਦਾ ਜਵਾਬ ਮਿਲੂਗਾ। ਮੁਗਲ ਸਾਮਰਾਜ ਕੀ ਸੀ? ਮੁਗਲ ਸਾਮਰਾਜ ਜਿਹੜਾ ਸੀਗਾ ਉਹਦਾ ਸਮਾਂ ਸੀ 15ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ ਸੀ। 15ਵੀਂ ਸਦੀ ਦੇ ਵਿੱਚ ਸ਼ੁਰੂ ਹੋ ਕੇ ਉਹ 1700 ਤੱਕ ਚੱਲਿਆ। 15ਵੀਂ ਸਦੀ ਵਿੱਚ ਭਾਰਤ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜ ਆਪਣੀ ਪ੍ਰਭੂਸੱਤਾ ਲਈ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸੀ। ਤਾਂ ਲੜਨ ਝਗੜਨ ਕਰਕੇ ਬਾਬਰ ਨੇ 1526 ਈਸਵੀ ਵਿੱਚ ਆਪਣੀ ਕੀ ਕੀਤੀ, ਪਾਣੀਪਤ ਦੀ ਪਹਿਲੀ ਲੜਾਈ ਇਬਰਾਹਿਮ ਲੋਧੀ ਦੇ ਨਾਲ ਕੀਤੀ ਸੀ। ਬਾਬਰ 1526 ਈਸਵੀ ਤੋਂ 1530 ਤੱਕ ਦਾ ਜਿਹੜਾ ਉਹਦਾ ਕਾਰਜਕਾਲ ਸੀਗਾ ਉਹ ਦੇਖ ਰਹੇ ਹੋ ਤੁਸੀਂ। ਤਾਂ ਤਸਵੀਰ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਬਾਬਰ ਦੀ ਤਸਵੀਰ। ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਉਹ ਦੌਲਤ ਖਾਨ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸੰਗਾ ਦੇ ਸੱਦੇ 'ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ। ਤਾਂ ਭਾਰਤ ਆਉਣ 'ਤੇ ਉਹਨੇ ਕੀ ਕੀਤਾ, ਆਪਣਾ ਰਾਜ ਕਾਇਮ ਕੀਤਾ। ਤਾਂ ਉਹ 1526 ਤੋਂ ਲੈ ਕੇ 1530 ਤੱਕ ਉਸਨੇ ਆਪਣੀਆਂ ਜੋ ਜਿੱਤਾਂ ਪ੍ਰਾਪਤ ਕੀਤੀਆਂ। 1526 ਈਸਵੀ ਵਿੱਚ ਇਬਰਾਹਿਮ ਨੇ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਹਰਾ ਕੇ ਦਿੱਲੀ ਅਤੇ ਆਗਰੇ 'ਤੇ ਕਬਜ਼ਾ ਕਰ ਲਿਆ। ਬਾਬਰ ਰਾਣਾ ਸੰਗਾ ਨੂੰ 1527 ਈਸਵੀ ਵਿੱਚ ਕਨਵਾਹਾਂ ਦੀ ਲੜਾਈ ਵਿੱਚ ਹਰਾ ਦਿੱਤਾ। ਇਸ ਤਰ੍ਹਾਂ 1528 ਈਸਵੀ ਵਿੱਚ ਘਾਗਰਾ ਦੀ ਲੜਾਈ ਦੇ ਵਿੱਚ ਅਫਗਾਨਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸੇ ਤਰ੍ਹਾਂ 1529 ਈਸਵੀ ਵਿੱਚ ਬਾਬਰ ਨੇ ਰਾਜਪੂਤਾਂ ਨੂੰ ਚੰਦੇਰੀ ਦੀ ਲੜਾਈ ਵਿੱਚ ਹਰਾਇਆ। 1530 ਈਸਵੀ ਵਿੱਚ ਬਾਬਰ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਸੀ ਜਿਹੜਾ ਹਮਾਯੂ, ਉਸ ਦਾ ਉੱਤਰਾਧਿਕਾਰੀ ਬਣ ਗਿਆ। ਤਾਂ ਇਸ ਤਰ੍ਹਾਂ 1526 ਤੋਂ ਲੈ ਕੇ 1530 ਤੱਕ ਵੱਖ-ਵੱਖ ਲੜਾਈਆਂ ਦੇ ਵਿੱਚ ਹਮਾਯੂ ਜੇਤੂ ਰਿਹਾ। ਤਾਂ 1530 ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਨਾਲ ਹੀ ਜਿਹੜਾ ਉਹਦਾ ਅਗਲਾ ਉੱਤਰਾਧਿਕਾਰੀ ਸੀ ਉਹ ਹਮਾਯੂ ਨੇ ਆਪਣੀ ਰਾਜਗੱਦੀ ਸੀ ਜਿਹੜੀ ਸਾਂਭ ਲਈ। ਹਮਾਯੂ ਦੀ ਤਸਵੀਰ ਦੇਖ ਰਹੇ ਹੋ। 1530 ਈਸਵੀ ਵਿੱਚ ਬਾਬਰ ਦੀ ਮੌਤ ਹੋਣ ਤੋਂ ਉਸ ਦਾ ਪੁੱਤਰ ਹਮਾਯੂ ਮੁਗਲ ਬਾਦਸ਼ਾਹ ਬਣ ਗਿਆ। 1540 ਵਿੱਚ ਸ਼ੇਰ ਸ਼ਾਹ ਸੂਰੀ ਨੇ ਹਮਾਯੂ ਨੂੰ ਹਰਾ ਕੇ ਭਾਰਤ ਤੋਂ ਬਾਹਰ ਕੱਢ ਦਿੱਤਾ। ਪਰੰਤੂ 1555 ਈਸਵੀ ਵਿੱਚ ਬਾਬਰ ਨੇ ਕੀ ਕੀਤਾ ਜੀ, ਹਮਾਯੂ ਨੇ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀ, ਜਿਹੜਾ ਹਮਾਯੂ ਦਾ ਸ਼ੇਰ ਸ਼ਾਹ ਸੂਰੀ ਸੀ ਉਹਦਾ ਉੱਤਰਾਧਿਕਾਰੀ ਸਿਕੰਦਰ ਸ਼ਾਹ ਸੂਰੀ ਨੂੰ ਹਰਾ ਕੇ ਦੁਬਾਰਾ ਦਿੱਲੀ 'ਤੇ ਕੀ ਕਰ ਲਿਆ, ਕਬਜ਼ਾ ਕਰ ਲਿਆ। 1556 ਈਸਵੀ ਵਿੱਚ ਹਮਾਯੂ ਦੀ ਕੀ ਹੋ ਗਈ, ਮੌਤ ਹੋ ਗਈ। ਸ਼ੇਰ ਸ਼ਾਹ ਸੂਰੀ 1540 ਤੋਂ ਲੈ ਕੇ 1545 ਦੇ ਵਿੱਚ ਸ਼ੇਰ ਸ਼ਾਹ ਸੂਰੀ ਦੀ ਜੋ ਤੁਸੀਂ ਪਿਕਚਰ ਦੇਖ ਰਹੇ ਹੋ, ਇਸ ਦੇ ਵਿੱਚ ਸ਼ੇਰ ਸ਼ਾਹ ਸੂਰੀ ਬਿਹਾਰ ਦੇ ਛੋਟੇ ਛੋਟੇ ਜਗੀਰਦਾਰ ਹੁਸੈਨ ਖਾਂ ਦਾ ਕੀ ਸੀ, ਪੁੱਤਰ ਸੀ। ਉਸ ਦਾ ਅਸਲ ਨਾਂ ਫਰੀਦ ਖਾਂ ਸੀ। ਉਸ ਦਾ ਅਸਲ ਨਾਂ ਕੀ ਸੀ, ਫਰੀਦ ਖਾਂ। ਪਰੰਤੂ ਇੱਕ ਸ਼ੇਰ ਨੂੰ ਮਾਰਨ ਪਿੱਛੋਂ ਉਸ ਨੂੰ ਕੀ ਮਿਲੀ ਸੀ, ਸ਼ੇਰ ਦੀ ਉਪਾਧੀ ਮਿਲੀ ਸੀ। ਉਸ ਨੇ ਮੁਗਲ ਸਾਮਰਾਟ ਹਮਾਯੂ ਨੂੰ ਚੌਸਾ ਅਤੇ ਕਨੌਜ ਵਿੱਚ ਹਰਾਇਆ ਸੀ ਅਤੇ ਉਸਨੇ 1540 ਈਸਵੀ ਵਿੱਚ ਦਿੱਲੀ ਦੇ ਰਾਜਗੱਦੀ ਦੇ ਅਧਿਕਾਰ ਕਰ ਲਿਆ। ਉਸਨੇ 1540 ਤੋਂ ਲੈ ਕੇ 1545 ਈਸਵੀ ਵਿੱਚ ਰਾਜ ਕੀਤਾ। 1545 ਈਸਵੀ ਵਿੱਚ ਉਸ ਦੀ ਮੌਤ ਹੋ ਗਈ। 1540 ਤੋਂ ਲੈ ਕੇ 1545 ਤੱਕ ਜਿਹੜਾ ਸ਼ੇਰ ਸ਼ਾਹ ਸੂਰੀ ਦਾ ਕਾਰਜਕਾਲ ਸੀ। ਸ਼ੇਰ ਸ਼ਾਹ ਸੂਰੀ ਨੇ ਦਾ ਸ਼ਾਸਨ ਪ੍ਰਬੰਧ ਜਿਹੜਾ ਵਧੀਆ ਰਿਹਾ। ਤਾਂ ਸ਼ੇਰ ਸ਼ਾਹ ਸੂਰੀ ਨੇ ਜਿਹੜਾ ਆਪਣੇ ਰਾਜ ਪ੍ਰਬੰਧ ਨੂੰ ਚਲਾਉਣ ਦੇ ਲਈ 66 ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤਾਂ ਨੂੰ ਅੱਗੇ ਪਰਗਨਿਆਂ ਵਿੱਚ ਵੰਡਿਆ ਹੋਇਆ ਸੀ।
ਪ੍ਰਾਂਤਾਂ ਵਾਂਗ ਪਰਗਨਿਆਂ ਦੇ ਦੋ ਪ੍ਰਮੁੱਖ ਅਫਸਰ ਸਿੱਕਦਾਰ ਮੁਨਸਿਫ ਹੁੰਦੇ ਸਨ। ਸ਼ੇਰ ਸ਼ਾਹ ਸੂਰੀ ਨੇ ਵਿਕਾਸ ਲਈ ਕੀ ਕੀਤਾ, ਰਾਜ ਕੀਤਾ ਤੇ ਹਰ ਢੰਗ ਨਾਲ ਅਪਣਾਇਆ। ਉਸ ਦੇ ਰੂਪਾਂ ਦੇ ਨਾਂ ਚਾਂਦੀ ਦੇ ਸਿੱਕੇ ਚਲਾਏ। ਉਸਨੇ ਗਰੀਬਾਂ ਦੀ ਕੀ ਕੀਤੀ, ਮਦਦ ਕੀਤੀ। ਵਿਧਵਾਵਾਂ, ਸਿੱਖਿਆਵਾਂ ਸੰਸਥਾਵਾਂ ਅਤੇ ਵਿਦਵਾਨਾਂ ਨੂੰ ਕੀ ਕੀਤਾ, ਦਾਨ ਦਿੱਤਾ। ਪਰੰਤੂ ਹਮਾਯੂ ਨੇ 1555 ਈਸਵੀ ਵਿੱਚ ਇਸਲਾਮ ਸ਼ਾਹ ਨੂੰ ਹਰਾ ਦਿੱਤਾ ਅਤੇ ਸ਼ੇਰ ਸ਼ਾਹ ਸਾਮਰਾਜ ਦਾ ਕੀ ਹੋ ਗਿਆ, ਅੰਤ ਹੋ ਗਿਆ। 1556 ਈਸਵੀ ਤੋਂ 1605 ਈਸਵੀ ਦੇ ਵਿੱਚ ਅਕਬਰ ਦਾ ਰਾਜ ਹੋਇਆ। 1556 ਤੋਂ ਲੈ ਕੇ 1605 ਈਸਵੀ ਦੇ ਵਿੱਚ ਹਮਾਯੂ ਦੀ ਕੀ ਹੋ ਗਈ, 1556 ਦੇ ਵਿੱਚ ਜਦੋਂ ਹਮਾਯੂ ਦੀ ਮੌਤ ਹੋ ਗਈ। ਉਸ ਦੇ ਪੁੱਤਰ ਅਕਬਰ ਦੀ ਉਮਰ 13 ਸਾਲ ਸੀ। 1556 ਈਸਵੀ ਵਿੱਚ ਬੈਰਮ ਖਾਂ ਨੇ ਅਕਬਰ ਨੂੰ ਮੁਗਲ ਰਾਜਗੱਦੀ ਉੱਤੇ ਬਿਠਾਇਆ। ਅਕਬਰ ਨੇ ਰਾਜਗੱਦੀ ਤੇ ਬੈਠਣ ਤੋਂ ਪਿੱਛੋਂ ਜਲਦ ਹੀ ਦਿੱਲੀ ਅਤੇ ਆਗਰੇ ਤੇ ਮੁੜ ਕਬਜ਼ਾ ਕਰ ਲੈਣ ਦਾ ਫੈਸਲਾ ਕੀਤਾ। ਤਾਂ ਪਿਆਰੇ ਬੱਚੋ, ਇਹ ਅਕਬਰ ਦੀ ਤਸਵੀਰ ਆ, ਜਿਹੜਾ ਕਾਰਜਕਾਲ ਸੀ 1556 ਤੋਂ 1605 ਈਸਵੀ ਤੱਕ। ਤਾਂ ਉਹਨੇ ਆਪਣਾ ਕੀ ਕੀਤਾ, ਅਧਿਕਾਰ ਕੀਤਾ। 1556 ਈਸਵੀ ਵਿੱਚ ਉਸ ਦਾ ਅਫਗਾਨਾਂ ਤੇ ਸੈਨਾਪਤੀ ਹੇਮੂ ਨਾਲ ਪਾਣੀਪਤ ਦੇ ਮੈਦਾਨ ਵਿੱਚ ਟਾਕਰਾ ਹੋਇਆ। ਅਕਬਰ ਇਸ ਲੜਾਈ ਵਿੱਚ ਜਿੱਤ ਗਿਆ ਤੇ ਹੇਮੂ ਦੀ ਕੀ ਹੋ ਗਈ, ਮੌਤ ਹੋ ਗਈ। ਇਸ ਜਿੱਤ ਦੇ ਸਦਕਾ ਅਕਬਰ ਨੇ ਆਗਰੇ ਅਤੇ ਦਿੱਲੀ ਤੇ ਮੁੜ ਕਬਜ਼ਾ ਕਰ ਲਿਆ। ਦਿੱਲੀ ਤੇ ਮੁੜ ਕਬਜ਼ਾ ਹੋਣ ਨਾਲ ਸ਼ੇਰ ਸ਼ਾਹ ਸੂਰੀ ਨੇ ਹਮਾਯੂ ਤੋਂ ਕੀ ਕਰ ਲਿਆ, ਆਪਣਾ ਰਾਜ ਸੀ ਜਿਹੜਾ ਉਹ ਖੋਹ ਲਿਆ ਸੀ। 1560 ਈਸਵੀ ਵਿੱਚ ਅਕਬਰ ਨੇ ਬੈਰਮ ਖਾਂ ਦੀ ਨਵਾਬਸ਼ਾਹੀ ਕਰ ਦਿੱਤੀ ਅਤੇ ਸਰਕਾਰ ਤੇ ਕੀ ਕਰ ਲਿਆ, ਕਬਜ਼ਾ ਕਰ ਲਿਆ। ਕਬਜ਼ੇ ਦੇ ਨਾਲ ਸ਼ੇਰ ਸ਼ਾਹ ਸੂਰੀ ਦਾ ਕੀ ਹੋ ਗਿਆ, ਅਧਿਕਾਰ ਹੋ ਗਿਆ। ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਅਕਬਰ ਦੀਆਂ ਜਿੱਤਾਂ। ਅਕਬਰ ਨੇ ਆਪਣੇ ਸਾਮਰਾਜ ਵਿਸਤਾਰ ਕਰਨ ਲਈ ਗਵਾਲੀਅਰ, ਜੌਨਪੁਰ, ਅਜਮੇਰ, ਮਾਲਵਾ ਅਤੇ ਜਿੱਤ ਪ੍ਰਾਪਤ ਕੀਤੀ। ਅਕਬਰ ਰਾਜਪੂਤ ਨਾਲ ਦੋਸਤਾਨਾ ਸੰਬੰਧ ਕਾਇਮ ਕਰਨਾ ਚਾਹੁੰਦਾ ਸੀ। ਅਕਬਰ ਸਾਰੇ ਭਾਰਤ ਵਿੱਚ ਆਪਣਾ ਰਾਜ ਕਾਇਮ ਕਰਨਾ ਚਾਹੁੰਦਾ ਸੀ ਤੇ ਅਕਬਰ ਨੇ ਸਾਰੇ ਭਾਰਤ ਦੇਸ਼ 'ਤੇ ਕਬਜ਼ਾ ਵੀ ਕੀਤਾ। 1595 ਈਸਵੀ ਵਿੱਚ ਉਸਨੇ ਕਸ਼ਮੀਰ, ਸਿੰਧ, ਉੜੀਸਾ, ਭਾਰਤ, ਕੰਧਾਰ ਜਿੱਤ ਪ੍ਰਾਪਤ ਕੀਤੀ। ਉਸਨੇ ਕਸ਼ਮੀਰ, ਸਿੰਧ, ਕਾਬੁਲ, ਕੰਧਾਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਸੀ। ਅਕਬਰ ਭਾਰਤ ਦੇ ਵੱਡੇ ਹਿੱਸੇ ਦਾ ਬਾਦਸ਼ਾਹ ਬਣ ਗਿਆ ਸੀ। ਅਕਬਰ ਦਾ ਸ਼ਾਸਨ ਪ੍ਰਬੰਧ। ਅਕਬਰ ਸ਼ਾਸਨ ਪ੍ਰਬੰਧ ਕੀ ਸੀ, ਉਹਦੇ ਵਿੱਚ ਉਹਨੇ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਕੇਂਦਰੀ ਸ਼ਾਸਨ ਪ੍ਰਬੰਧ, ਪ੍ਰਾਂਤਿਕ ਸ਼ਾਸਨ ਪ੍ਰਬੰਧ, ਸਥਾਨਿਕ ਸ਼ਾਸਨ ਪ੍ਰਬੰਧ, ਭੂਮੀ ਸੁਧਾਰ ਪ੍ਰਣਾਲੀ। ਤਾਂ ਇਹ ਇਹਦੇ ਬਾਰੇ ਆਪਾਂ ਵਿਸਤਾਰ ਦੇ ਵਿੱਚ ਪੜਾਂਗੇ। ਕੇਂਦਰੀ ਸ਼ਾਸਨ ਪ੍ਰਬੰਧ ਅਕਬਰ ਦਾ ਕਿੱਦਾਂ ਦਾ ਸੀ, ਸਥਾਨਿਕ ਸ਼ਾਸਨ ਪ੍ਰਬੰਧ ਅਕਬਰ ਦਾ ਕਿੱਦਾਂ ਦਾ ਸੀ। ਤਾਂ ਪਹਿਲਾਂ ਆਪਾਂ ਪੜ੍ਹਦੇ ਹਾਂ ਕੇਂਦਰੀ ਸ਼ਾਸਨ ਪ੍ਰਬੰਧ ਬਾਰੇ। ਕੇਂਦਰੀ ਸ਼ਾਸਨ ਪ੍ਰਬੰਧ ਰਾਜਾ ਸ਼ਾਸਨ ਪ੍ਰਬੰਧ ਦਾ ਮੁਖੀ ਸੀ। ਉਸ ਦੀ ਸਹਾਇਤਾ ਲਈ ਭਾਰਤ ਵਿੱਚ ਬਹੁਤ ਸਾਰੇ ਮੰਤਰੀ ਹੁੰਦੇ ਸੀ। ਉਹਨਾਂ ਵਿੱਚੋਂ ਵਕੀਲ, ਦੀਵਾਨ ਏ ਆਲਾ, ਮੀਰ ਬਖਸ਼ੀ, ਸਦਰ ਏ ਸੂਦੂਰ, ਕਾਜੀ ਉਲ ਕਜ਼ਾਤ ਅਤੇ ਮੀਰ ਸਮਾਨ ਪ੍ਰਮੁੱਖ ਮੰਤਰੀ ਸਨ। ਤਾਂ ਉਹਨੇ ਕੀ ਕੀਤਾ ਹੋਇਆ ਸੀ, ਆਪਣੇ ਪ੍ਰਬੰਧ ਨੂੰ ਇਸ ਤਰ੍ਹਾਂ ਵੰਡਿਆ ਹੋਇਆ ਸੀ। ਇਸ ਤਰ੍ਹਾਂ ਅਗਲਾ ਜਿਹੜਾ ਪ੍ਰਾਂਤਿਕ ਸ਼ਾਸਨ ਪ੍ਰਬੰਧ, ਅਕਬਰ ਬਾਦਸ਼ਾਹ ਨੇ ਪ੍ਰਸ਼ਾਸਨ ਨੂੰ ਠੀਕ ਤਰ੍ਹਾਂ ਚਲਾਉਣ ਲਈ ਸਾਮਰਾਜ ਨੂੰ 15 ਪ੍ਰਾਂਤਾਂ ਸੂਬਿਆਂ ਵਿੱਚ ਵੰਡਿਆ ਹੋਇਆ ਸੀ, ਜਿਸ ਵਿੱਚ ਸੂਬੇਦਾਰ, ਦੀਵਾਨ, ਬਖਸ਼ੀ, ਸਦਰ, ਬਾਕਿਆਨਵੀਸ, ਕੋਤਵਾਲ ਹੁੰਦੇ ਸੀ। ਤਾਂ ਸਥਾਨਿਕ ਸ਼ਾਸਨ ਪ੍ਰਬੰਧ ਅਕਬਰ ਬਾਦਸ਼ਾਹ ਨੇ ਮੁਗਲ ਸਾਮਰਾਜ ਦੇ ਸਥਾਨਿਕ ਸ਼ਾਸਨ ਪ੍ਰਬੰਧ ਨੂੰ ਠੀਕ ਤਰ੍ਹਾਂ ਚਲਾਉਣ ਲਈ ਪ੍ਰਾਂਤਾਂ ਵਿੱਚ ਸਰਕਾਰਾਂ, ਜ਼ਿਲ੍ਹਿਆਂ, ਪਰਗਨਿਆਂ ਅਤੇ ਪਿੰਡਾਂ ਵਿੱਚ ਵੰਡਿਆ ਹੋਇਆ ਸੀ। ਭੂਮੀ ਸੁਧਾਰ ਪ੍ਰਣਾਲੀ ਤਾਂ ਆਪਾਂ ਨੇ 4 ਲਾਸਟ ਸੀ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਤਾਂ ਆਪਾਂ ਲਾਸਟ ਜਿਹੜਾ ਭੂਮੀ ਸੁਧਾਰ ਪ੍ਰਣਾਲੀ ਬਾਰੇ ਪੜ੍ਹ ਰਹੇ ਹਾਂ। ਭੂਮੀ ਲਗਾਨ ਮੁਗਲ ਸਾਮਰਾਜ ਦੀ ਆਮਦਨ ਦਾ ਮੁੱਖ ਸਰੋਤ ਸੀ। ਜਿਹੜੀ ਤੁਸੀਂ ਲਗਾਨ ਫਿਲਮ ਦੇਖੀ ਆ, ਉਹਦੇ ਵਿੱਚ ਜਿਹੜੀ ਲਗਾਨ ਆ ਉਹ ਇਸੇ ਵਿਸ਼ੇ ਨੂੰ ਜਿਹੜੀ ਕੀ ਕਰਦੀ ਆ, ਸ਼ੋਅ ਕਰਦੀ ਆ। ਤਾਂ ਭੂਮੀ ਸੁਧਾਰ ਪ੍ਰਣਾਲੀ ਦੇ ਵਿੱਚ ਉਹਨੇ ਕੀ ਕੀਤਾ ਸੀਗਾ, ਲਗਾਨ ਇਕੱਠਾ ਕਰਨਾ ਸ਼ੁਰੂ ਕੀਤਾ ਸੀਗਾ। ਭੂਮੀ ਲਗਾਨ ਮੁਗਲ ਸਾਮਰਾਜ ਦੀ ਆਮਦਨ ਦਾ ਮੁੱਖ ਸਰੋਤ ਸੀ। ਅਕਬਰ ਨੇ ਲਗਾਨ ਮੰਤਰੀ ਰਾਜਾ ਟੋਡਰਮਲ ਦੀ ਸਹਾਇਤਾ ਨਾਲ ਲਗਾਨ
ਵਿਭਾਗ ਵਿੱਚ ਸੁਧਾਰ ਕੀਤੇ। ਭੂਮੀ ਦੀ ਮਿਣਤੀ ਕਰਨਾ, ਭੂਮੀ ਦੀ ਦਰਜਾਬੰਦੀ ਕਰਨਾ, ਭੂਮੀ ਦੇ ਜਿਹੜੇ ਨਾਮ ਸੀਗੇ ਉਹਦੇ ਬਾਰੇ ਦੱਸਣਾ। ਜਹਾਂਗੀਰ ਦਾ ਜਿਹੜਾ ਕਾਰਜਕਾਲ ਸੀ ਉਹ 1605 ਈਸਵੀ ਤੋਂ 1627 ਈਸਵੀ ਤੱਕ ਦਾ ਸੀ। ਤਾਂ ਇਹ ਤਸਵੀਰ ਹੈ ਜਿਹੜੀ 1605 ਤੋਂ ਜਹਾਂਗੀਰ ਦੀ ਹੈ, 1605 ਤੋਂ 27 ਤੱਕ, ਜਿਸ ਨੇ ਆਪਣਾ ਸ਼ਾਸਨ ਕਾਇਮ ਕੀਤਾ। 1605 ਈਸਵੀ ਵਿੱਚ ਅਕਬਰ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਜਹਾਂਗੀਰ ਮੁਗਲ ਰਾਜਗੱਦੀ ਉੱਤੇ ਬੈਠਾ। ਤੁਹਾਨੂੰ ਪਹਿਲਾਂ ਵੀ ਆਪਾਂ ਗੱਲ ਕੀਤੀ ਬਾਬਰ, ਹਮਾਯੂੰ, ਤਾਂ ਉਸ ਤੋਂ ਬਾਅਦ ਜਹਾਂਗੀਰ ਦੀ ਗੱਲ ਕਰ ਰਹੇ ਹਾਂ। ਜਹਾਂਗੀਰ ਸੀ ਜਿਹੜਾ ਉਹ ਆਪਣੇ ਅਕਬਰ ਦੀ ਮੌਤ ਤੋਂ ਬਾਅਦ ਰਾਜਗੱਦੀ ਸੰਭਾਲੀ ਉਹਨੇ। ਉਹਦਾ ਜਿਹੜਾ ਸਮਾਂ ਸੀ ਉਹ 1605 ਤੋਂ 27 ਤੱਕ ਦਾ ਸੀਗਾ, ਜਿਹਦੇ ਉੱਤੇ ਰਾਜ ਕੀਤਾ। ਤਾਂ ਜਹਾਂਗੀਰ ਦੀਆਂ ਆਪਾਂ ਜਿੱਤਾਂ ਬਾਰੇ ਪੜ੍ਹ ਰਹੇ ਹਾਂ। ਜਹਾਂਗੀਰ ਦੀਆਂ ਜਿੱਤਾਂ ਕੀ ਸੀਗੀਆਂ? ਮੁਗਲ ਸਾਮਰਾਜ ਨੂੰ ਮਜ਼ਬੂਤ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਦਮਨ ਕੀਤਾ। ਖੁਸਰੋ ਦਾ ਵਿਦਰੋਹ ਸੀ ਜਿਹੜਾ, ਉਹਨੂੰ ਕੀ ਕੀਤਾ? ਉਹਨੇ ਦਫਨਾਤਾ। 1613 ਈਸਵੀ ਦੇ ਵਿੱਚ ਉਸਨੇ ਮਮਾੜ ਦੇ ਰਾਜਾ ਅਮਰ ਸਿੰਘ ਨੂੰ ਹਰਾਇਆ। 1620 ਈਸਵੀ ਵਿੱਚ ਜਹਾਂਗੀਰ ਨੇ ਕਾਂਗੜੇ ਉੱਤੇ ਕੀ ਕੀਤੀ? ਜਿੱਤ ਪ੍ਰਾਪਤ ਕਰ ਲਈ। ਜਹਾਂਗੀਰ ਨੇ ਦੱਖਣ ਵਿੱਚ ਮੁਗਲਾਂ ਦੇ ਪ੍ਰਭਾਵ ਦਾ ਵਿਸਤਾਰ ਕਰਨ ਲਈ ਅਹਿਮਦਨਗਰ ਦੇ ਕਿਲੇ ਨੂੰ ਜਿੱਤ ਲਿਆ। ਇਰਾਨੀਆਂ ਨੇ ਅਫਗਾਨਿਸਤਾਨ ਵਿੱਚ ਕੰਧਾਰ ਦਾ ਇਲਾਕਾ ਜਹਾਂਗੀਰ ਪਾਸ ਖੋਹ ਲਿਆ। ਜਿਹੜਾ ਇਸ ਤੋਂ ਬਾਅਦ ਜਿਹੜਾ ਸੀਗਾ ਨੂਰ ਜਹਾਂ, ਕੀ ਸੀਗਾ? ਨੂਰ ਜਹਾਂ ਉਹਦੀ ਪਤਨੀ ਸੀ। ਕਿਹਦੀ? ਜਹਾਂਗੀਰ ਦੀ। ਜਹਾਂਗੀਰ ਨੇ ਨੂਰ ਜਹਾਂ ਨਾਲ ਕੀ ਕਰਾਇਆ ਸੀ? ਵਿਆਹ ਕਰਾਇਆ ਸੀ, ਸ਼ਾਦੀ ਕਰਾਈ ਸੀ। ਉਹ ਬਹੁਤ ਸੁੰਦਰ ਅਤੇ ਬੁੱਧੀਮਾਨ ਕੀ ਸੀ? ਇਸਤਰੀ ਸੀ, ਜਿਹੜੀ ਕਿ ਨੂਰ ਜਹਾਂਗੀਰ ਦਾ ਹਰੇਕ ਕੰਮ ਦੇ ਉੱਤੇ ਸਾਥ ਦਿੰਦੀ ਸੀ। ਬਹੁਤ ਸਿਆਣੀ ਸੁਲਝੀ ਹੋਈ। ਤਾਂ ਜਹਾਂਗੀਰ ਨੂੰ ਹਰੇਕ ਆਪਣੇ ਕੰਮ ਦੇ ਵਿੱਚ ਸਲਾਹ ਦਿੰਦੀ ਸੀ। ਜਹਾਂਗੀਰ ਮਹੱਤਵਪੂਰਨ ਰਾਜਸੀ ਮਸਲਿਆਂ ਵਿੱਚ ਉਸ ਦੀ ਸਲਾਹ ਲੈਂਦਾ ਸੀ। ਇੱਕ ਵਾਰ ਜਹਾਂਗੀਰ ਬਿਮਾਰ ਹੋ ਗਿਆ ਤਾਂ ਨੂਰ ਜਹਾਂ ਨੇ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਚਲਾਇਆ। ਉਸ ਦੇ ਹੁਕਮ ਦੇ ਸ਼ਾਹੀ ਫਰਮਾਨ ਜਾਰੀ ਕੀਤੇ। ਇੱਥੋਂ ਤੱਕ ਕਿ ਜਹਾਂਗੀਰ ਨੇ ਨੂਰ ਜਹਾਂ ਦੇ ਨਾਂ 'ਤੇ ਸਾਂਝੇ ਸਿੱਕੇ ਵੀ ਚਲਾਏ। ਸ਼ਾਹਜਹਾਂ ਦਾ ਜਿਹੜਾ ਕਾਰਜਕਾਲ ਸੀ ਉਹ 1628 ਤੋਂ 1657 ਈਸਵੀ ਤੱਕ ਦਾ ਮੰਨਿਆ ਗਿਆ। ਤਾਂ ਉਹਦੇ ਵਿੱਚ ਜਿਹੜੀ ਆਪਾਂ ਪਿਕਚਰ ਆ ਉਹ ਕਿਹਦੀ ਦੇਖ ਰਹੇ ਹਾਂ? ਸ਼ਾਹਜਹਾਂ ਦੀ। ਤਾਂ 1628 ਦੇ ਵਿੱਚ ਜਹਾਂਗੀਰ ਦੀ ਜਿਹੜੀ ਸ਼ਾਹਜਹਾਂ ਦੀ ਮੌਤ ਹੋ ਗਈ। ਮੌਤ ਤੋਂ ਪਿੱਛੋਂ ਜਿਹੜੀ ਰਾਜਗੱਦੀ ਆ ਉਹਨੇ ਕੀ ਕੀਤੀ? ਸੰਭਾਲੀ। 1628 ਦੇ ਵਿੱਚ ਜਹਾਂਗੀਰ ਦੀ ਮੌਤ ਤੋਂ ਪਿੱਛੋਂ ਦੀ ਕੀ ਹੋਈ? ਰਾਜਗੱਦੀ ਮਿਲੀ ਉਹਨੂੰ। ਤਾਂ 1628 ਈਸਵੀ ਦੇ ਵਿੱਚ ਉਹਨੇ ਬੁੰਦੇਲਖੰਡ ਦੇ ਸ਼ਾਸਕ ਰਾਜਾ ਜੁਝਾਰ ਸਿੰਘ ਅਤੇ ਸ਼ਾਹਜਹਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ, ਪਰੰਤੂ ਉਹ ਇੱਥੇ ਹਾਰ ਗਿਆ। ਉਸ ਨੇ 1635 ਈਸਵੀ ਵਿੱਚ ਦੁਬਾਰਾ ਵਿਦਰੋਹ ਕੀਤਾ ਅਤੇ ਮੁਗਲਾਂ ਦੁਆਰਾ ਮਾਰਿਆ ਗਿਆ। 1633 ਈਸਵੀ ਵਿੱਚ ਸ਼ਾਹਜਹਾਂ ਨੇ ਦੱਖਣ ਦੇ ਰਾਜਾ 'ਤੇ ਹਮਲਾ ਕੀਤਾ। ਅਹਿਮਦਨਗਰ ਉੱਤੇ ਹਮਲਾ ਕਰਕੇ ਉਸ ਨੂੰ ਮੁਗਲ ਸਾਮਰਾਜ ਵਿੱਚ ਮਿਲਾ ਲਿਆ। ਸ਼ਾਹਜਹਾਂ ਨੇ ਆਪਣੇ ਪੁੱਤਰ ਰਾਜਕੁਮਾਰ ਔਰੰਗਜ਼ੇਬ ਨੂੰ ਦੱਖਣ ਭਾਰਤ ਦਾ ਵਾਇਸਰਾਏ ਨਿਯੁਕਤ ਕੀਤਾ। ਔਰੰਗਜ਼ੇਬ ਨੇ ਬੀਜਾਪੁਰ ਗੋਲਕੁੰਡ ਰਾਜਾਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨ ਵਿੱਚ ਅਸਫਲ ਰਿਹਾ। ਸ਼ਾਹਜਹਾਂ ਨੇ ਆਗਰੇ ਦੇ ਵਿੱਚ ਤਾਜ ਮਹਿਲ ਬਣਵਾਇਆ। ਉਸ ਨੇ ਸ਼ਾਹਜਹਾਂ ਨਾਂ ਦਾ ਇੱਕ ਨਵਾਂ ਸ਼ਹਿਰ ਸਥਾਪਿਤ ਕੀਤਾ। ਉਸ ਨੂੰ ਆਪਣੀ ਰਾਜਧਾਨੀ ਬਣਾਇਆ। 1657 ਵਿੱਚ ਸ਼ਾਹਜਹਾਂ ਬਿਮਾਰ ਹੋ ਗਿਆ ਅਤੇ ਉਸ ਨੇ ਆਪਣੇ ਪੁੱਤਰਾਂ ਦੀ ਰਾਜਗੱਦੀ ਵਿੱਚ ਸੰਘਰਸ਼ ਸ਼ੁਰੂ ਕੀਤਾ। ਤਾਂ ਜਦੋਂ ਸੰਘਰਸ਼ ਸ਼ੁਰੂ ਕੀਤਾ ਤਾਂ ਉਹਦੇ ਕੀ ਹੋਇਆ? ਆਗਰੇ ਦੇ ਕਿਲੇ ਦੇ ਵਿੱਚ ਉਹਨੂੰ ਕੀ ਕੀਤਾ? ਕੈਦ ਕਰਿਆ ਅਤੇ ਆਪ ਬਾਦਸ਼ਾਹ ਬਣ ਗਿਆ। ਬਾਦਸ਼ਾਹ ਬਣਨ ਦੇ ਨਾਲ ਉਹਨੇ ਕੀ, ਔਰੰਗਜ਼ੇਬ ਦਾ ਜਿਹੜਾ ਸੀਗਾ ਕਾਰਜਕਾਲ ਚੱਲ ਪਿਆ 1658 ਤੋਂ ਲੈ ਕੇ 1707 ਈਸਵੀ। ਔਰੰਗਜ਼ੇਬ ਮੁਗਲ ਸਾਮਰਾਜ ਦਾ ਆਖਰੀ ਤੇ ਪ੍ਰਸਿੱਧ ਸ਼ਾਸਕ ਸੀ। ਤਾਂ ਇੱਥੇ ਮੁਗਲ ਸਾਮਰਾਜ ਦਾ ਜਿਹੜਾ ਅੰਤ ਆ ਉਹ ਅਸੀਂ ਮੰਨਾਂਗੇ 1707 ਦੇ ਵਿੱਚ, ਕਿਉਂਕਿ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿਹੜੇ 10ਵੇਂ ਗੁਰੂ ਹੋਏ ਆ, ਤਾਂ ਉਹਨਾਂ ਦਾ ਕਾਰਜਕਾਲ ਜਿਹੜਾ ਸੀਗਾ ਸ਼ੁਰੂ ਹੋ ਗਿਆ ਸੀਗਾ। ਤਾਂ ਜਿਹੜਾ ਮੁਗਲ ਸਾਮਰਾਜ ਦਾ ਕੀ ਹੋ ਗਿਆ ਸੀ? ਇੱਥੇ ਅੰਤ ਹੋ ਗਿਆ ਸੀ। ਅੰਤ ਹੋਣ ਦੇ ਨਾਲ ਹੀ 1658 ਈਸਵੀ ਦੇ ਵਿੱਚ ਜਿਹੜਾ ਆਖਰੀ ਰਾਜਾ ਮੰਨਿਆ ਗਿਆ ਤਾਂ ਉਹਦਾ ਸ਼ਾਸਨ ਲਗਭਗ ਸਾਮਰਾਜ ਦੇ ਵਿੱਚ ਭਾਰਤ ਨੂੰ ਸ਼ਾਮਿਲ ਕੀਤਾ ਸੀਗਾ, ਪਰੰਤੂ ਉਸ ਦਾ ਸਾਰਾ ਕਾਰਜਕਾਲ ਮੁਸੀਬਤਾਂ ਦੇ ਨਾਲ ਭਰਿਆ ਹੋਇਆ ਸੀ। 1691 ਈਸਵੀ ਵਿੱਚ
ਮਥੁਰਾ ਆਗਰਾ ਦੇ ਜਾਟਾਂ ਦਾ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਔਰੰਗਜ਼ੇਬ ਦੀ ਕਠੋਰ ਭੂਮੀ ਸੁਧਾਰ ਨੀਤੀ ਕਾਰਨ ਬੁਧੇਲਾਂ ਨੇ ਬੁਧੇਲਖੰਡ ਵਿੱਚ ਵਿਦਰੋਹ ਕੀਤਾ। ਔਰੰਗਜ਼ੇਬ ਨੇ ਇਸ ਵਿਦਰੋਹ ਨੂੰ ਵੀ ਕੁਚਲ ਦਿੱਤਾ। ਔਰੰਗਜ਼ੇਬ ਦੇ ਵਿਰੁੱਧ ਰਾਜਪੂਤ, ਮਰਾਠਿਆਂ ਅਤੇ ਸਿੱਖਾਂ ਨੇ ਸ਼ਕਤੀਸ਼ਾਲੀ ਵਿਦਰੋਹ ਕਰ ਦਿੱਤਾ, ਜਿਨ੍ਹਾਂ ਨੂੰ ਕੁਚਲਣ ਲਈ ਸਮਾਂ ਲੱਗਾ। ਤਾਂ ਉਹਨਾਂ ਨੂੰ ਕੀ ਕਰਦੇ ਸੀਗੇ, ਔਰੰਗਜ਼ੇਬ ਮਰਾਠਿਆਂ ਦੇ ਵਿਰੁੱਧ ਜਿਹੜਾ ਸੀਗਾ ਵਿਦਰੋਹ ਕਰਦੇ ਸੀ, ਉਹਨਾਂ ਨੂੰ ਕੁਚਲਿਆ। ਪਰ ਕੁਚਲਣ ਦੇ ਲਈ ਕੋਈ ਵੀ ਕੰਮ ਕਰਨ ਦੇ ਲਈ ਕੀ ਲੱਗਦਾ, ਸਮਾਂ ਲੱਗਦਾ। ਜੇ ਅਸੀਂ ਇੱਕੋ ਦਮ ਕਹਿੰਦੇ ਹਾਂ ਕਈ ਵਾਰ ਵੀ ਸਾਡਾ ਕੰਮ ਬਹੁਤ ਛੇਤੀ ਹੋ ਜੇ, ਤਾਂ ਲੜਾਈਆਂ ਬਹੁਤ ਲੰਬੀਆਂ ਸਮੇਂ ਚੱਲੀਆਂ ਨੇ। ਤਾਂ ਔਰੰਗਜ਼ੇਬ ਅਤੇ ਮਰਾਠਾ ਸ਼ਿਵਾਜੀ ਦੀ ਅਗਵਾਈ ਹੇਠ ਮਰਾਠੇ ਮਹਾਰਾਸ਼ਟਰ ਦੀ ਮਹਾਨ ਸ਼ਕਤੀ ਬਣ ਗਏ ਸਨ। ਔਰੰਗਜ਼ੇਬ ਮਰਾਠਿਆਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ, ਪਰ ਉਹ ਸਫਲ ਨਾ ਹੋਇਆ। 1674 ਈਸਵੀ ਵਿੱਚ ਸ਼ਿਵਾਜੀ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ। 1680 ਈਸਵੀ ਵਿੱਚ ਸ਼ਿਵਾਜੀ ਦੀ ਮੌਤ ਤੋਂ ਬਾਅਦ ਸ਼ਿਵਾਜੀ ਰਾਜਗੱਦੀ ਉੱਤੇ ਬੈਠੇ। 1699 ਈਸਵੀ ਵਿੱਚ ਔਰੰਗਜ਼ੇਬ ਨੇ ਸ਼ਿਵਾਜੀ ਦੀ ਹੱਤਿਆ ਕਰ ਦਿੱਤੀ ਅਤੇ ਮਰਾਠਿਆਂ ਦੇ ਕਈ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ। ਔਰੰਗਜ਼ੇਬ ਦੀ 1707 ਈਸਵੀ ਵਿੱਚ ਮੌਤ ਹੋ ਜਾਣ ਪਿੱਛੋਂ ਮਰਾਠਿਆਂ 'ਤੇ ਕੀ ਹੋਇਆ, ਮਰਾਠਿਆਂ ਨੂੰ ਤੇ ਮੁਗਲਾਂ ਨੇ ਬਹੁਤ ਸਾਰੇ ਇਲਾਕਿਆਂ ਦੇ ਉੱਤੇ ਕਬਜ਼ਾ ਕਰ ਲਿਆ। ਔਰੰਗਜ਼ੇਬ ਅਤੇ ਸਿੱਖ, ਅਸੀਂ ਪਹਿਲਾਂ ਪੜ੍ਹਿਆ ਸੀ ਕਿਹਦੇ ਬਾਰੇ, ਔਰੰਗਜ਼ੇਬ ਅਤੇ ਮਰਾਠਿਆਂ ਬਾਰੇ। ਔਰੰਗਜ਼ੇਬ ਅਤੇ ਸਿੱਖਾਂ ਬਾਰੇ ਪੜ੍ਹ ਰਹੇ ਹਾਂ ਹੁਣ ਅਸੀਂ। ਗੁਰੂ ਹਰਕ੍ਰਿਸ਼ਨ ਜੀ ਜੋ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਬਣੇ ਸਨ, ਉਹਨਾਂ ਨੇ ਔਰੰਗਜ਼ੇਬ ਦੇ ਹਿੰਦੂਆਂ ਦੇ ਵਿਰੁੱਧ ਧਾਰਮਿਕ ਨੀਤੀ ਦਾ ਵਿਰੋਧ ਕੀਤਾ। ਜਿਹੜੇ ਇਹ ਸੀਗੇ, ਗੁਰੂ ਤੇਗ ਬਹਾਦਰ ਨੇ ਆਪਣੀ ਸ਼ਹੀਦੀ ਵੀ ਕਿਹਦੇ ਬਲਿਦਾਨ ਦੇ, ਹਿੰਦੂਆਂ ਦੇ ਬਲਿਦਾਨ ਦੇ ਲਈ ਦਿੱਤੀ। ਤਾਂ ਜਿਹੜੇ 9ਵੇਂ ਗੁਰੂ ਸੀ ਗੁਰੂ ਤੇਗ ਬਹਾਦਰ ਜੀ, ਤਾਂ ਉਹ ਕਰਨਾ ਚਾਹੁੰਦੇ ਸੀਗੇ ਆਪਣੀ ਇਸ ਔਰੰਗਜ਼ੇਬ ਦੇ ਵਿਰੁੱਧ ਕਰਨਾ ਚਾਹੁੰਦੇ ਸੀਗੇ। ਗੁਰੂ ਜੀ ਨਾਲ ਨਾਰਾਜ਼ ਹੋ ਗਏ। ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਅਤੇ ਮੁਸਲਮਾਨ ਬਣ ਜਾਣ ਲਈ ਕਿਹਾ ਗਿਆ। ਗੁਰੂ ਜੀ ਨੇ ਅਜਿਹਾ ਕਰਨ ਤੋਂ ਨਾ ਕਰ ਦਿੱਤੀ। ਇਸ ਕਰਕੇ ਗੁਰੂ ਜੀ ਨੇ ਕੀ ਕੀਤਾ, ਆਪਣਾ ਬਲਿਦਾਨ ਦਿੱਤਾ ਅਤੇ 11 ਨਵੰਬਰ 1657 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਬਣੇ। ਉਹਨਾਂ ਨੇ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹਿਆ। ਤਾਂ 10ਵੇਂ ਗੁਰੂ ਨੇ ਜਿਹੜਾ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ, ਇਹਦੇ ਵਿੱਚ 5 ਪਿਆਰੇ ਸੀ ਉਹਨਾਂ ਨੇ ਸਜਾਏ ਸੀਗੇ। ਤਾਂ 1699 ਦੇ ਵਿੱਚ ਉਹਨਾਂ ਨੇ ਜਿਹੜਾ ਸਿੱਖ ਨੂੰ ਇੱਕ ਨਵਾਂ ਇੱਕ ਅਧਿਆਇ ਦੇਤਾ ਸੀਗਾ, ਜਿਹਦੇ ਵਿੱਚ ਅੱਜ ਵੀ ਅਸੀਂ ਸਿੱਖਾਂ ਨੂੰ ਯਾਦ ਕਰਦੇ ਹਾਂ। 13 ਅਪ੍ਰੈਲ 1699 ਨੂੰ ਵਿਸਾਖੀ ਵਾਲੇ ਦਿਨ ਜਿਹੜਾ ਉਹਨਾਂ ਨੇ ਇਹ ਕਾਰਨਾਮਾ ਕੀਤਾ। ਤਾਂ ਇਸ ਕਰਕੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਮਹਾਨ ਹੋਇਆ, ਕਾਰਜ ਕੀਤੇ ਆ। 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਸਿੱਖਾਂ ਅਤੇ ਮੁਗਲਾਂ ਵਿਚਕਾਰ ਯੁੱਧ ਸ਼ੁਰੂ ਹੋ ਗਿਆ ਸੀ। ਇਸ ਯੁੱਧ ਦੇ ਖਿਆਮੇ ਸੀ ਜਿਹੜੇ, ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਆਪਦੇ ਜਿਹੜੇ 4 ਸਾਹਿਬਜ਼ਾਦੇ ਦੇ ਰੂਪ ਦੇ ਵਿੱਚ ਭੁਗਤਣੇ ਪਏ। ਤਾਂ ਉਹ 4 ਸਾਹਿਬਜ਼ਾਦੇ ਸੀਗੇ। ਇਸ ਭਿਆਨਕ ਯੁੱਧ ਵਿੱਚ ਗੁਰੂ ਜੀ ਦੇ 2 ਪੁੱਤਰ ਕੀ ਸੀਗੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨੂੰ ਕੀ ਕਰਨੇ ਪਏ, ਆਪਣੀ ਕੀਮਤ ਦੇ ਰੂਪ ਵਿੱਚ ਚੁਕਾਉਣੇ ਪਏ। ਤਾਂ ਇਸ ਭਿਆਨਕ ਯੁੱਧ ਵਿੱਚ ਗੁਰੂ ਜੀ ਦੇ 2 ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਮੌਤ ਹੋ ਗਈ ਅਤੇ ਹੋਰ 2 ਸਾਹਿਬਜ਼ਾਦੇ ਕੀ ਹੋ ਗਏ, ਜੋਰਾ ਸਿੰਘ ਤੇ ਫਤਿਹ ਸਿੰਘ ਦਾ ਕੀ ਹੋ ਗਿਆ, ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ। ਜਿਹੜੀ ਆਪਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰਦੁਆਰਾ ਬਣਿਆ ਹੋਇਆ ਉੱਥੇ ਦੇਖਦੇ ਹਾਂ, ਸਰਹੰਦ ਦੇ ਵਿੱਚ ਕੰਧ ਦੇ ਵਿੱਚ ਜਿਉਂਦੇ ਚਿਣਵਾਤਾ ਸੀਗਾ। 1707 ਈਸਵੀ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਉੱਤਰਾਧਿਕਾਰੀ ਬਾਦਸ਼ਾਹ ਨੇ ਸਿੱਖ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ। ਸਰਹੰਦ ਦੇ ਫੌਜਦਾਰ ਵਜ਼ੀਰ ਖਾਨ ਦੇ ਕਹਿਣ 'ਤੇ ਉਹਨਾਂ ਨੇ ਕੀ ਕੀਤਾ, ਉੱਥੇ ਲੜਾਈ ਲੜੀ। 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਕੀ ਹੋ ਗਏ, ਜੋਤੀ ਜੋਤ ਸਮਾ ਗਏ। ਬਾਅਦ ਵਿੱਚ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਵਿਰੁੱਧ ਸੰਘਰਸ਼ ਸ਼ੁਰੂ ਕੀਤਾ। ਔਰੰਗਜ਼ੇਬ ਦੀ ਦੱਖਣ ਨੀਤੀ। ਔਰੰਗਜ਼ੇਬ ਨੇ ਆਪਣੇ ਜੀਵਨ ਦੇ ਲਗਭਗ
25 ਸਾਲ ਦੱਖਣ ਵਿੱਚ ਬਤੀਤ ਕੀਤੇ। ਉਹ ਸੁੰਨੀ ਮੁਸਲਮਾਨ ਸੀ, ਇਸ ਕਰਕੇ ਉਹ ਬੀਜਾਪੁਰ ਅਤੇ ਗੋਲਕੁੰਡ ਸੁਤੰਤਰ ਸਿਆ ਰਾਜਾਂ ਨੂੰ ਕੁਚਲਣਾ ਚਾਹੁੰਦਾ ਸੀ। ਇਹ ਰਾਜ ਮੁਗਲਾਂ ਵਿਰੁੱਧ ਮਰਾਠਿਆਂ ਨੂੰ ਸਹਿਯੋਗ ਦਿੰਦੇ ਸਨ। ਇਹੀ ਕਾਰਨ ਸੀ ਕਿ ਔਰੰਗਜ਼ੇਬ ਮਰਾਠਿਆਂ ਦੀ ਸ਼ਕਤੀ ਦਾ ਦਮਨ ਕਰਨਾ ਚਾਹੁੰਦਾ ਸੀ ਤੇ ਔਰੰਗਜ਼ੇਬ ਨੇ ਦੱਖਣ ਦੀ ਨੀਤੀ ਸੀ ਜਿਹੜੀ ਉਹ ਅਪਣਾਈ ਸੀ। 1686 ਈਸਵੀ ਵਿੱਚ ਔਰੰਗਜ਼ੇਬ ਨੇ ਬੀਜਾਪੁਰ ਅਤੇ 1687 ਈਸਵੀ ਵਿੱਚ ਗੋਲਕੁੰਡ ਤੇ ਅਧਿਕਾਰ ਕਰ ਲਿਆ। ਅਧਿਕਾਰ ਕਰਨ ਦੇ ਨਾਲ ਭਾਵੇਂ ਸ਼ਿਵਾਜੀ ਦੀ ਮੌਤ ਹੋ ਗਈ ਸੀ, ਪਰੰਤੂ ਮਰਾਠਿਆਂ ਨੇ ਮੁਗਲਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ। ਔਰੰਗਜ਼ੇਬ ਨੇ ਮਰਾਠਿਆਂ ਦਾ ਦਮਨ ਕਰਨ ਵਿੱਚ ਅਸਫਲ ਰਿਹਾ। 1707 ਈਸਵੀ ਵਿੱਚ ਉਸ ਦੀ ਮੌਤ ਹੋ ਗਈ। ਵਿਦਿਆਰਥੀਓ, ਇਸ ਪਾਠ ਦੇ ਵਿੱਚ ਅਸੀਂ ਵੱਖ-ਵੱਖ ਤਸਵੀਰਾਂ ਲਈਆਂ ਨੇ, ਜਿਵੇਂ ਮੁਗਲ ਸਾਮਰਾਜ ਬਾਰੇ ਪੜ੍ਹਿਆ, ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ, ਬਾਬਰ ਬਾਰੇ, ਹਮਾਯੂੰ ਬਾਰੇ, ਸ਼ਾਹਜਹਾਂ ਬਾਰੇ। ਤਾਂ ਉਹ ਜਿਹੜੀਆਂ ਇਹ ਸੀ, ਤੁਸੀਂ ਵੱਖ-ਵੱਖ ਤਸਵੀਰਾਂ ਇਕੱਠੀਆਂ ਕਰਨੀਆਂ ਨੇ। ਤਸਵੀਰਾਂ ਇਕੱਠੀਆਂ ਕਰਕੇ ਇੱਕ ਤੁਸੀਂ ਚਾਰਟ ਦੇ ਰੂਪ ਵਿੱਚ ਤਿਆਰ ਕਰਨਾ। ਇੱਕ ਤੁਸੀਂ ਕੀ ਕਰ ਸਕਦੇ ਹੋ, ਇਹਦੇ ਨਾਲ ਇੱਕ ਆਪਣੀ ਅਭਿਆਸ ਕਰ ਸਕਦੇ ਹੋ, ਜਿਹਦੇ ਨਾਲ ਤੁਸੀਂ ਟਾਈਮ ਲਾਈਨ ਵੀ ਜਿਹੜੀ ਤੁਹਾਡੇ ਵਾਸਤੇ ਯੂਜ਼ ਹੋ ਸਕਦੀ ਆ। ਤਾਂ ਇਹ ਇੱਕ ਬਹੁਤ ਉਪਯੋਗੀ ਹੈ ਜਿਹੜੀ ਕਿਰਿਆ। ਅਤੇ ਇਹਦੇ ਵਿੱਚ ਤੁਸੀਂ ਕੀ ਕਰਨਾ, ਜੇ ਪਹਿਲਾ ਕਾਰਜਕਾਲ 1526 ਈਸਵੀ ਤੋਂ ਸ਼ੁਰੂ ਹੋਇਆ ਸੀ, 1530 ਦੇ ਤੱਕ ਚੱਲਿਆ ਸੀ। ਇਸ ਤਰ੍ਹਾਂ ਤੁਸੀਂ ਅੱਡ-ਅੱਡ ਵੱਖ-ਵੱਖ ਕਾਰਜਕਾਲ ਦੀਆਂ ਬਣਾਉਣੀਆਂ ਨੇ ਅਤੇ ਨਾਲ ਤੁਸੀਂ ਕੀ ਕਰਨਾ, ਫੋਟੋ ਲਗਾਉਣੀ ਆ। ਫੋਟੋ ਲਗਾਉਣ ਤੋਂ ਬਾਅਦ ਤਾਂ ਉਹਨਾਂ ਦੇ ਥੱਲੇ ਤੁਸੀਂ ਆਪਣਾ ਸਮਾਂ ਦੀਆਂ ਡੇਟਾਂ ਆਪ ਯਾਦ ਕਰਨ ਵਾਸਤੇ ਕੋਸ਼ਿਸ਼ ਕਰਨੀ ਆ। ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ, ਸਹੀ ਹੈ ਜੀ। ਬਾਬਰ ਪਾਣੀਪਤ ਦੀ ਲੜਾਈ ਵਿੱਚ ਹਾਰ ਗਿਆ ਸੀ, ਗਲਤ ਹੈ, ਜਿੱਤਿਆ ਸੀ। ਹਮਾਯੂੰ ਬਾਬਰ ਦਾ ਪੁੱਤਰ ਸੀ, ਠੀਕ ਹੈ ਜੀ। ਹਮਾਯੂੰ ਮੁਗਲ ਸਾਮਰਾਜ ਦਾ ਤੀਜਾ ਸ਼ਾਸਕ ਸੀ, ਇਹ ਗਲਤ ਹੋ ਗਿਆ ਜੀ। ਇਸ ਤੋਂ ਬਾਅਦ ਆ ਗਈ ਪ੍ਰਸ਼ਨਾਵਲੀ। ਬਾਬਰ ਨੇ ਕਿਹੜੀਆਂ-ਕਿਹੜੀਆਂ ਲੜਾਈਆਂ ਲੜੀਆਂ ਸੀ? ਬਾਬਰ ਨੇ 4 ਲੜਾਈਆਂ ਲੜੀਆਂ ਸੀ। ਪਾਣੀਪਤ, ਗਨਬਾਹਾ, ਘਾਗਰਾ, ਚੰਦੇਰੀ ਦੀਆਂ ਲੜਾਈਆਂ ਲੜੀਆਂ ਸੀ। ਹਮਾਯੂੰ ਕਦੋਂ ਮੁਗਲ ਬਾਦਸ਼ਾਹ ਬਣਿਆ ਸੀ? ਹਮਾਯੂੰ 1530 ਈਸਵੀ ਵਿੱਚ ਦੂਜਾ ਮੁਗਲ ਬਾਦਸ਼ਾਹ ਬਣਿਆ ਸੀ। ਸ਼ੇਰ ਸ਼ਾਹ ਸੂਰੀ ਦਾ ਅਸਲੀ ਨਾਂ ਕੀ ਸੀ? ਉਸ ਨੂੰ ਸ਼ੇਰ ਦੀ ਉਪਾਧੀ ਕਿਉਂ ਮਿਲੀ ਸੀ? ਇਹ ਆਪਾਂ ਪੜ੍ਹਿਆ ਪਿਆਰੇ ਬੱਚਿਓ। ਸ਼ੇਰ ਸ਼ਾਹ ਸੂਰੀ ਦਾ ਅਸਲੀ ਨਾਂ ਫਰੀਦ ਖਾਂ ਸੀ, ਪਰੰਤੂ ਇੱਕ ਸ਼ੇਰ ਨੂੰ ਮਾਰਨ ਪਿੱਛੋਂ ਉਸ ਨੂੰ ਉਸਦੀ ਉਪਾਧੀ ਦਿੱਤੀ ਗਈ ਸੀ। ਤਾਂ 11 ਅਕਬਰ ਦੀਆਂ ਕਿਹੜੀਆਂ-ਕਿਹੜੀਆਂ ਲੜਾਈਆਂ ਲੜੀਆਂ ਸੀਗੀਆਂ? ਮੁਸਲਮਾਨ ਬਣ ਜਾਣ ਲਈ ਕਿਹਾ ਸੀ। ਗੁਰੂ ਜੀ ਅਜਿਹਾ ਕਰਨ ਤੋਂ ਨਾ ਕਰ ਦਿੱਤਾ। ਇਸ ਕਰਕੇ ਗੁਰੂ ਜੀ 11 ਨਵੰਬਰ 1657 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਅਕਬਰ ਦੀਆਂ ਲੜਾਈਆਂ ਲੜੀਆਂ। ਅਕਬਰ ਨੇ ਆਪਣੇ ਸ਼ਾਹਜਹਾਂ ਸਾਮਰਾਜ ਦਾ ਵਿਸਤਾਰ ਕਰਨ ਦੇ ਲਈ ਗਵਾਲੀਅਰ, ਜੌਨਪੁਰ, ਅਜਮੇਰ, ਮਾਲਵਾ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ। 1595 ਈਸਵੀ ਵਿੱਚ ਉਸ ਨੇ ਕਸ਼ਮੀਰ, ਸਿੰਧ, ਉੜੀਸਾ, ਭਾਰਤ, ਕੰਧਾਰ 'ਤੇ ਜਿੱਤ ਪ੍ਰਾਪਤ ਕਰ ਲਈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਲਿਖਣਾ ਸੀ। ਔਰੰਗਜ਼ੇਬ ਦੀ ਹਿੰਦੂਆਂ ਵਿਰੁੱਧ ਧਾਰਮਿਕ ਨੀਤੀ ਦਾ ਵਿਰੋਧ ਕੀਤਾ ਸੀ, ਇਸ ਕਰਕੇ ਔਰੰਗਜ਼ੇਬ ਗੁਰੂ ਜੀ ਨਾਲ ਨਾਰਾਜ਼ ਹੋ ਗਏ ਸੀ। ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਸੀ ਅਤੇ ਮੁਸਲਮਾਨ ਬਣ ਜਾਣ ਲਈ ਕਿਹਾ ਸੀ। ਗੁਰੂ ਜੀ ਨੇ ਅਜਿਹਾ ਕਰਨ ਤੋਂ ਨਾ ਕਰ ਦਿੱਤੀ ਸੀ, ਇਸ ਕਰਕੇ ਗੁਰੂ ਜੀ ਨੇ 11 ਨਵੰਬਰ 1657 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਅਕਬਰ ਨੇ ਕਿਹੜੀਆਂ-ਕਿਹੜੀਆਂ ਲੜਾਈਆਂ ਲੜੀਆਂ ਸੀ? ਅਕਬਰ ਨੇ ਸਾਮਰਾਜ ਦਾ ਵਿਸਤਾਰ ਕਰਨ ਦੇ ਲਈ ਗਵਾਲੀਅਰ, ਜੌਨਪੁਰ, ਅਜਮੇਰ, ਮਾਲਵਾ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ ਸੀ। ਇਹ ਰਿਵੀਜ਼ਨ ਕਰਵਾ ਰਿਹਾ ਮੈਂ, ਕੁਐਸਚਨ ਦੀ ਸੈਕਿੰਡ ਵਾਰ ਪੜ੍ਹ ਰਿਹਾ। 1595 ਈਸਵੀ ਵਿੱਚ ਉਸਨੇ ਕਸ਼ਮੀਰ, ਸਿੰਧ, ਉੜੀਸਾ, ਮੱਧ ਭਾਰਤ ਅਤੇ ਕੰਧਾਰ 'ਤੇ ਕੀ ਕੀਤਾ ਸੀ? ਜਿੱਤ ਪ੍ਰਾਪਤ ਕੀਤੀ ਸੀ। ਸ਼੍ਰੀ ਗੋਬਿੰਦ ਸਿੰਘ ਜੀ ਬਹਾਦਰ ਦੀ ਸ਼ਹੀਦੀ ਦਾ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਸ ਕਰਕੇ ਮੈਂ ਦੂਸਰੀ ਵਾਰ ਰਿਪੀਟ ਕਰਾ ਰਿਹਾ। ਉਹਨਾਂ ਨੇ ਔਰੰਗਜ਼ੇਬ ਦੀ ਹਿੰਦੂਆਂ ਵਿਰੁੱਧ ਧਾਰਮਿਕ ਨੀਤੀ ਦਾ ਵਿਰੋਧ ਕੀਤਾ ਸੀ, ਇਸ ਕਰਕੇ ਔਰੰਗਜ਼ੇਬ ਜੀ ਨਾਲ ਨਾਰਾਜ਼ ਹੋ ਗਏ ਸੀ। ਗੁਰੂ ਜੀ ਨੇ ਦਿੱਲੀ ਲਿਆਂਦਾ ਗਿਆ ਸੀ ਅਤੇ ਮੁਸਲਮਾਨ ਬਣ ਜਾਣ ਲਈ ਕਿਹਾ ਸੀ। ਗੁਰੂ ਜੀ ਅਜਿਹਾ ਕਰਨ ਦੇ ਲਈ ਹੋ ਗਏ ਸੀਗੇ, ਤਿਆਰ ਹੋ ਗਏ ਸੀਗੇ ਨਾ, ਉਹਨਾਂ ਨੇ ਤਿਆਰ ਨਹੀਂ ਹੋਏ, ਕੀ ਕਰਤੇ ਸੀ ਉਹਨਾਂ ਨੇ? ਨਾ ਕਰਤੀ ਸੀ। 11 ਨਵੰਬਰ 1657 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਕੀ ਕੀਤਾ ਸੀ? ਸ਼ਹੀਦ ਕੀਤਾ ਸੀ।
ਜੇਕਰ ਓਪਨ ਐਂਡਡ ਕੁਐਸਚਨ। ਨਾ ਆਉਂਦੇ ਤਾਂ ਭਾਰਤ ਜੇਕਰ ਭਾਰਤ ਵਿੱਚ ਮੁਗਲ ਨਾ ਆਉਂਦੇ ਤਾਂ ਕੀ ਹੁੰਦਾ? ਜੇਕਰ ਅਕਬਰ ਭੂਮੀ ਸੁਧਾਰ ਨਾ ਕਰਦਾ ਤਾਂ ਕੀ ਹੁੰਦਾ? ਤਾਂ ਇਹ ਪਿਆਰੇ ਬੱਚੋ, ਜਿਹੜੀ ਹੁਣ ਅਸੀਂ ਪਾਠ ਦੀ ਅੰਤ ਦੇ ਵਿੱਚ ਸਾਰੀ ਵੀਡੀਓ ਦੇਖਾਂਗੇ, ਤਾਂ ਵੀਡੀਓ ਦੇ ਵਿੱਚ ਕੀ ਹੋਣਾ, ਤੁਹਾਨੂੰ ਪੂਰਾ ਦੀ ਪੂਰਾ ਜਿਹੜਾ ਲੈਸਨ ਆ ਉਹ ਕੀ ਹੋ ਜਾਊਗਾ, ਰਿਵਾਈਜ਼ ਹੋ ਜਾਊਗਾ। ਮੁਗਲ ਸਾਮਰਾਜ। ਮੁਗਲ ਸਾਮਰਾਜ ਬਾਰੇ ਅਸੀਂ ਪੜ੍ਹਿਆ ਬਹੁਤ ਢੰਗ ਦੇ ਨਾਲ, ਤਾਂ ਮੈਂ ਇੰਨਾ ਕਹਿੰਦਾ ਹੋਇਆ ਬਹੁਤ ਧੰਨਵਾਦ ਕਰਦਾ। ਅਤੇ ਜਿਨ੍ਹਾਂ ਨੇ ਇਹ ਲੈਸਨ ਸੁਣਿਆ ਤਾਂ ਮੇਰੀ ਅਗਲੀ ਵੀਡੀਓ ਦੇ ਲਈ ਕੀ ਕਰਨਾ, ਤੁਸੀਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਅਤੇ ਇਹ ਬਹੁਤ ਹੀ ਪਿਆਰੇ ਬੱਚੋ, ਜਿਹੜੇ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਆਨੰਦ ਲੈ ਰਹੇ ਹੋ ਪੜ੍ਹਾਈ ਦਾ, ਤਾਂ ਤੁਸੀਂ ਇੱਦਾਂ ਹੀ ਕੀ ਕਰਨਾ, ਪੜ੍ਹਦੇ ਰਹਿਣਾ।